ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਵੱਡੀਆਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਪੀਵਿੰਦਰ ਸਿੰਘ ਮੌਜੂਦ ਨੇ। ਅੱਜ ਅਖਬਾਰਾਂ ਦੀਆਂ ਸੁਰਖੀਆਂ ਦੇ ਮੁਤਾਬਕ ਗੁਜਰਾਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ। ਜਦੋਂ ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਗੁਜਰਾਤ ਦੇ ਵਿੱਚ ਇੱਕ ਕਿਸਾਨ ਦੀ ਸਰੋਂ ਦੀ ਫਸਲ ਨੂੰ ਅੱਗ ਲਾ ਦਿੱਤੀ। ਭਾਜਪਾ ਦੇ ਸਥਾਨਕ ਲੀਡਰਾਂ ਤੇ ਇਲਜ਼ਾਮ ਲੱਗੇ ਨੇ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਮਸਲਾ ਕੀ ਹੈ। ਗੁਜਰਾਤ ਦੇ ਵਿੱਚ ਪੰਜਾਬੀਆਂ ਨੂੰ ਕਿਉਂ ਵਾਰ-ਵਾਰ ਤੰਗ ਪਰੇਸ਼ਾਨ ਕੀਤਾ ਜਾਂਦਾ, ਕਿਉਂਕਿ ਇਹ ਅੱਜ ਦੀ ਗੱਲ ਨਹੀਂ, ਪਹਿਲਾਂ ਵੀ ਬੜੇ ਮਾਮਲੇ ਅਸੀਂ ਦੇਖਣ ਨੂੰ ਸਾਡੇ ਸੁਣਨ ਦੇ ਵਿੱਚ ਵੀ ਸਾਹਮਣੇ ਆਉਂਦੇ ਨੇ। ਇਸ ਤੋਂ ਇਲਾਵਾ ਇੱਕ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਕੇਸ ਹੋਏ ਸੀ ਪਿਛਲੇ ਕੁਝ ਸਾਲਾਂ 'ਚ, ਉਹ ਸਾਰੇ ਅਸੀਂ ਵਾਪਸ ਲੈ ਲੈਣੇ ਨੇ। ਲੱਖਾ ਸਿਧਾਣਾ ਦੀ ਖਬਰ ਇਹ ਕਿ ਲੱਖਾ ਸਿਧਾਣਾ ਦੇ ਭਰਾ ਦੀ ਜਿਹੜੀ ਕੁੱਟਮਾਰ ਹੋਈ ਸੀ ਉਹਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਆਪਣੀ ਸਫਾਈ ਲਾ ਲਓ ਕਿ ਸਪਸ਼ਟੀਕਰਨ ਦਿੱਤਾ ਆ। ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਦਿੱਲੀ ਪੁਲਿਸ ਦਾ ਕੀ ਕਹਿਣਾ। ਇੱਕ ਨਵਜੋਤ ਸਿੰਘ ਸਿੱਧੂ ਉਹ ਕਹਿੰਦੇ ਨੇ ਕਿ ਸਮਾਂ ਆਉਣ ਦਿਓ ਕਿ ਅਸੀਂ ਜਵਾਬ ਵੀ ਦੇਵਾਂਗੇ ਤੇ ਹਿਸਾਬ ਵੀ ਕਰਾਂਗੇ। ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦੇ ਨੌਜਵਾਨ ਜਿਹੜੇ ਨੇ ਇਹਨਾਂ ਨੇ ਇੱਕ ਵੱਡਾ ਰੋਲ ਨਿਭਾਇਆ ਕਿਸਾਨੀ ਅੰਦੋਲਨ ਦੇ ਦੌਰਾਨ। ਉੜਤਾ ਪੰਜਾਬ ਤੋਂ ਚੜ੍ਹਦਾ ਪੰਜਾਬ ਤੱਕ ਜਿਹੜਾ ਪੰਜਾਬ ਦੇ ਨੌਜਵਾਨ ਗਏ ਨੇ ਤੇ ਹੁਣ ਉਹਨਾਂ ਦੀ ਸੁਰੱਖਿਆ ਵੀ ਸੁਨਿਸ਼ਚਿਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਪਰ ਉਹ ਕਿਹਨੂੰ ਕਹਿ ਰਹੇ ਨੇ? ਪੰਜਾਬ ਸਰਕਾਰ ਨੂੰ ਕਹਿ ਰਹੇ ਨੇ ਕਿ ਕੇਂਦਰ ਨੂੰ ਕਹਿ ਰਹੇ ਨੇ? ਕਿਉਂਕਿ ਉਹ ਪਹਿਲਾਂ ਵੀ ਇਹਨਾਂ ਮਸਲਿਆਂ ਤੇ ਬੋਲ ਚੁੱਕੇ ਨੇ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਤੋਂ ਬਾਅਦ। ਪਰ ਇਹਦੇ ਉੱਤੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕੀ ਐਕਸ਼ਨ ਲੈਂਦੀ ਹੈ ਉਹ ਵੀ ਇੱਕ ਚਰਚਾ ਦਾ ਵਿਸ਼ਾ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ ਜੀ। बहुत बहुत शुक्रिया, मेहरबानी सुखविंदर जी, धन्यवाद। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਡੇ ਦਰਸ਼ਕਾਂ ਨੂੰ ਅਸੀਂ ਵਿਸਾਖੀ ਦੀਆਂ ਵਧਾਈਆਂ ਦਿੰਦੇ ਹਾਂ। जी जी, बहुत बहुत मुबारकां जी सब नू, विसाखी दियां भी और खालसा साजना दिवस दियां भी सारिਆਂ ਨੂੰ ਮੁਬਾਰਕਾਂ। ਜੀ ਜੀ, ਮੁਬਾਰਕਾਂ ਜੀ ਸਭ ਨੂੰ। ਡਾਕਟਰ ਸਾਹਿਬ ਵੱਡੀ ਖਬਰ ਜਿਹੜੀ ਆਪਾਂ ਗੁਜਰਾਤ ਦੀ ਕਹੀਏ ਕਿ ਗੁਜਰਾਤ 'ਚ ਕਿਸਾਨ ਦੀ ਸਰੋਂ ਦੀ ਫਸਲ ਨੂੰ ਅੱਗ ਲਾ ਦਿੱਤੀ। ਕੀ ਪੂਰਾ ਮਾਮਲਾ ਕੀ ਹੈ ਤੇ ਇਹਦਾ ਥੋੜਾ ਪਿਛੋਕੜ ਵਿੱਚ ਵੀ ਦੱਸਿਓ ਕਿ ਗੁਜਰਾਤ ਦੇ ਵਿੱਚ ਪੰਜਾਬੀ ਕਿਸਾਨਾਂ ਦੇ ਨਾਲ ਇਹ ਕੁਝ ਕਿਉਂ ਹੋ ਰਿਹਾ ਹੈ, ਹਾਲਾਤ ਕੀ ਨੇ ਉੱਥੋਂ ਦੇ? ਜੀ ਸੁਖਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਹੈ ਕਿ ਗੁਜਰਾਤ ਦੇ ਵਿੱਚ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸਾਡੇ ਜਿਹੜੇ ਪੰਜਾਬੀ ਭਰਾ ਉੱਥੇ ਵਸਦੇ ਨੇ, ਖਾਸ ਤੌਰ ਤੇ ਪੰਜਾਬੀ ਕਿਸਾਨ ਜਿਹੜੇ ਨੇ ਉੱਥੇ ਵਸਦੇ ਨੇ, ਔਰ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਵਸਦਿਆਂ ਨੂੰ, ਤੇ ਕਈ ਪੀੜ੍ਹੀਆਂ ਉੱਥੇ ਜਿਹੜੀਆਂ ਨੇ ਵਸਦੀਆਂ ਨੇ ਪੰਜਾਬ 'ਚ ਜਾ ਕੇ ਉੱਥੇ ਜ਼ਮੀਨ ਲਈ ਆ ਉਹਨਾਂ ਨੇ, ਔਰ ਜ਼ਮੀਨਾਂ ਨੂੰ ਪੱਧਰ ਕੀਤਾ ਹੈ। ਚਾਹੇ ਉੱਤਰਾਖੰਡ ਹੋਵੇ, ਚਾਹੇ ਉਹ ਯੂਪੀ ਹੋਵੇ, ਚਾਹੇ ਬਿਹਾਰ ਹੋਵੇ, ਬਹੁਤ ਸਾਰੇ ਇਦਾਂ ਦੇ ਇਲਾਕੇ ਨੇ ਜਿੱਥੇ ਪੰਜਾਬ 'ਚੋਂ ਜਾ ਕੇ ਪੰਜਾਬ ਦੇ ਕਿਸਾਨਾਂ ਨੇ, ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦਾ ਕਿਸਾਨ ਮਿਹਨਤੀ ਕਿਸਾਨ ਹੈ ਤੇ ਉੱਥੇ ਜਾ ਕੇ ਹਰਿਆਵਲ ਪੈਦਾ ਕਰਦਾ, ਜੰਗਲ 'ਚ ਮੰਗਲ ਲਗਾਉਂਦਾ ਹੈ। ਪਰ ਆਪਾਂ ਨੇ ਦੇਖਿਆ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜੀਆਂ ਸਰਕਾਰਾਂ, ਲੋਕਲ ਸਰਕਾਰਾਂ ਹੁੰਦੀਆਂ ਨੇ, ਖਾਸ ਤੌਰ ਤੇ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਹੁੰਦੀਆਂ ਨੇ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਪ੍ਰੈਸ਼ਰ ਹੁੰਦਾ ਹੈ ਲੋਕਲ ਲੀਡਰਸ਼ਿਪ ਦਾ ਜਾਂ ਲੋਕਲ ਲੋਕਾਂ ਦਾ ਕਿ ਇਹ ਜਿਹੜੇ ਬਾਹਰਲੇ ਲੋਕ ਨੇ ਇਹਨਾਂ ਤੋਂ ਜ਼ਮੀਨਾਂ ਛਡਾਈਆਂ ਜਾਣ, ਔਰ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਡੇ ਉੱਤੇ ਇੱਥੇ ਕਬਜ਼ਾ ਕਰ ਰਹੇ ਨੇ। ਪਰ ਆਪਾਂ ਨੂੰ ਪਤਾ ਹੈ ਕਿ ਹਿੰਦੁਸਤਾਨ ਇੱਕ ਐਸਾ ਜਿਹਦਾ ਸੰਵਿਧਾਨਿਕ ਤੌਰ ਤੇ ਜਿਨ੍ਹਾਂ ਨੂੰ ਹੱਕ ਮਿਲਿਆ ਹੋਇਆ ਹੈ ਕਿ ਇੱਕ ਸਟੇਟ ਤੋਂ ਜਾ ਕੇ ਅਸੀਂ ਦੂਜੀਆਂ ਸਟੇਟਾਂ 'ਚ ਜਿਹੜੇ ਨੇ ਆਪਾਂ ਰਹਿ ਸਕਦੇ ਹਾਂ, ਜ਼ਮੀਨਾਂ ਲੈ ਸਕਦੇ ਹਾਂ। ਆਪਣੇ ਵੀ ਆ ਕੇ ਆਪਾਂ ਨੂੰ ਪਤਾ ਹੈ ਕਿ ਲੁਧਿਆਣਾ ਦੇਖ ਲਓ ਜਾਂ ਹੋਰ ਕੁਝ ਇੰਡਸਟਰੀਅਲ ਏਰੀਆ ਦੇਖ ਲਓ, ਬਹੁਤ ਸਾਰੇ ਲੋਕ ਜਿਹਨੇ ਨੇ ਯੂਪੀ 'ਚ, ਬਿਹਾਰ 'ਚੋਂ ਆ ਕੇ ਇੱਥੇ ਕੰਮ ਕਰਦੇ ਨੇ, ਔਰ ਬਹੁਤ ਸਾਰਾ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਾਡੀ ਇਕਨੋਮੀ ਹੈ ਪੰਜਾਬ ਦੀ, ਉਹ ਬਾਹਰਲੇ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਉਹਦੇ ਉੱਤੇ ਨਿਰਭਰ ਹੈ। ਸੋ ਇਸੇ ਤਰ੍ਹਾਂ ਸਾਡਾ ਪੰਜਾਬ ਦਾ ਕਿਸਾਨ ਹੈ ਉਹ ਵੱਖ-ਵੱਖ, ਕਿਉਂਕਿ ਸਾਡਾ ਪੰਜਾਬ ਤਾਂ ਆਪਾਂ ਨੂੰ ਪਤਾ ਹੈ ਕਿ ਕਿਸਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਔਰ ਕਿਸਾਨ ਜਿਹੜੇ ਨੇ ਉੱਥੇ ਜਾ ਕੇ ਜੰਗਲ 'ਚ ਮੰਗਲ ਕਰਦੇ ਆ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ, ਪਰ ਉੱਥੋਂ ਦੀਆਂ ਜਿਹੜੀਆਂ ਲੋਕਲ ਲੋਕ ਨੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਵਿੱਚ ਜਿਹੜੀ ਦੁਫੇੜ ਪੈਂਦੀ ਹੈ। ਖਾਸ ਤੌਰ ਤੇ ਜਦੋਂ ਅਸੀਂ ਇਸ ਘਟਨਾ ਬਾਰੇ ਜ਼ਿਕਰ ਕਰਦੇ ਹਾਂ ਤਾਂ ਪਿਛਲੇ ਸਾਲਾਂ ਦੇ ਵਿੱਚ ਜਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਉੱਠ ਰਿਹਾ ਲਗਾਤਾਰ, ਔਰ ਪਿਛਲੇ ਕੁਝ ਮਹੀਨਿਆਂ ਤੋਂ ਤਾਂ ਬਹੁਤ ਤੇਜ਼ੀ ਦੇ ਨਾਲ ਉੱਠਿਆ ਉਹ, ਔਰ ਉਸ ਦੇ ਇਵਜ਼ ਵਜੋਂ, ਕਿਉਂਕਿ ਉੱਥੇ ਬੀਜੇਪੀ ਦੀ ਗਵਰਨਮੈਂਟ ਹੈ, ਆਪਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਉਸ ਗੁਜਰਾਤ ਦੇ ਵਿੱਚੋਂ ਆਉਂਦੇ ਨੇ, ਔਰ ਬੀਜੇਪੀ ਦਾ ਗੜ੍ਹ ਜਿਹੜੀ ਹੈਗੀ ਕਹੀ ਜਾਂਦੀ ਹੈ ਪਿਛਲੇ ਲੰਬੇ ਸਮੇਂ ਤੋਂ, ਕਈ ਮਤਲਬ ਆਪਾਂ ਦੇਖਦੇ ਹਾਂ ਕਿ 20 ਸਾਲ ਲਗਭਗ ਹੋ ਗਏ ਨੇ ਕਿ ਲਗਾਤਾਰ ਬੀਜੇਪੀ ਉੱਥੇ ਹਾਵੀ ਹੈ। ਸੋ ਉਹਦੇ ਕਰਕੇ ਕਿਤੇ ਨਾ ਕਿਤੇ ਦਿੱਕਤ ਜਿਹੜੀ ਆ ਰਹੀ ਹੈ ਉੱਥੋਂ ਦੇ ਲੋਕਾਂ ਨੂੰ, ਖਾਸ ਤੌਰ ਤੇ ਜਿਹੜੇ ਬੀਜੇਪੀ ਵਾਲੇ ਲੋਕਾਂ ਨੂੰ, ਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਹੀ ਸਾਰੇ ਪੁਆੜੇ ਦੀ ਜੜ ਨੇ। ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਪਾਇਆ ਗਿਆ ਕਿ ਜਿਹੜਾ ਇਹ ਸੰਘਰਸ਼ ਕਿਸਾਨੀ ਦਾ ਵਿੱਢਿਆ ਹੋਇਆ ਹੈ
ਇਹਦੇ ਪਿੱਛੇ ਪੰਜਾਬੀ ਕੌਮ ਹੈ ਔਰ ਖਾਸ ਤੌਰ ਤੇ ਸਿੱਖਾਂ ਦੀ ਕੌਮ ਜਿਹੜੀ ਹੈਗੀ ਹੈ ਇਹ ਇਹਦੇ ਪਿੱਛੇ ਸਾਰਾ ਕੰਮ ਕਰ ਰਹੀ ਹੈ। ਉਹਦਾ ਬਦਲਾ ਲੈਣ ਦੇ ਲਈ ਔਰ ਉਸ ਚੀਜ਼ ਨੂੰ ਥੋੜਾ ਜਿਹਾ ਲੋਕਾਂ ਨੂੰ ਦੱਸਣ ਦੇ ਲਈ ਕਿ ਅਸੀਂ ਇਹਦਾ ਬਦਲਾ ਲੈਣਾ ਹੈ, ਜਾਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਇੱਕ ਖਾਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਹਿੰਸਾ ਫੈਲਾਉਣ ਦੇ ਲਈ ਇਦਾਂ ਦੀਆਂ ਕਾਰਵਾਈਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ। ਔਰ ਤੁਸੀਂ ਦੇਖਿਆ ਕਿ ਜਿਹੜਾ ਹੈ ਕਿ ਸਰੋਂ ਦਾ ਕੁਝ ਏਕੜ, ਜਿਹਨੇ 14 ਏਕੜ ਦੀ ਫਸਲ ਸੀਗੀ, ਰਾਤੋਂ ਰਾਤ ਉਸ ਗਰੀਬ ਕਿਸਾਨ ਦੀ ਜਿਹੜੀ ਹੈਗੀ ਆ ਉਸ ਨੂੰ ਜਲਾ ਦਿੱਤਾ ਗਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਗੈਰ ਕਾਨੂੰਨੀ ਵੀ ਹੈ ਔਰ ਇਹ ਗੈਰ ਮਨੁੱਖੀ ਵੀ ਹੈ। ਔਰ ਜੇ ਆਪਾਂ ਕਹੀਏ ਕਿ ਗੈਰ ਜਿਹੜੇ ਕਿ ਸਾਡਾ ਸੰਵਿਧਾਨ ਜਿਹੜਾ ਹੈਗਾ, ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਸੋ ਆਪਾਂ ਨੂੰ ਇਹੀ ਮੰਗ ਕਰਨੀ ਚਾਹੀਦੀ ਹੈ, ਜੋ ਸੰਵਿਧਾਨ ਦੇ ਤੌਰ ਤੇ, ਜੋ ਕਾਨੂੰਨੀ ਤੌਰ ਤੇ ਕਾਰਵਾਈ ਕਰਨੀ ਬਣਦੀ ਹੈ, ਉਹ ਉੱਥੋਂ ਦੀ ਲੋਕਲ ਗਵਰਨਮੈਂਟ ਨੂੰ, ਖਾਸ ਤੌਰ ਤੇ ਜਿਹੜੀ ਬੀਜੇਪੀ ਦੀ ਗਵਰਨਮੈਂਟ ਹੈ ਗੁਜਰਾਤ ਦੇ ਵਿੱਚ, ਉਹਨੂੰ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਲੋੜ ਹੈ। ਔਰ ਇਹਦਾ ਪ੍ਰੈਸ਼ਰ ਬਾਕੀ ਵੀ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਜਾਂ ਪੰਜਾਬ ਦੇ ਜਿਹੜੀਆਂ ਸਿਆਸੀ ਧਿਰਾਂ ਨੇ, ਉਹਨਾਂ ਨੂੰ ਵੀ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਕਿ ਇਦਾਂ ਦੀਆਂ ਘਟਨਾਵਾਂ ਵਾਰ-ਵਾਰ ਨਾ ਹੋਣ। ਔਰ ਕਿਉਂਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਸਭ ਨੂੰ ਹੱਕ ਦਿੰਦਾ ਹੈ ਕਿ ਇੱਕ ਥਾਂ ਤੋਂ ਅਸੀਂ ਦੂਜੀ ਥਾਂ ਦੇ ਉੱਤੇ ਜ਼ਮੀਨ ਲੈ ਸਕਦੇ ਹਾਂ, ਮਿਹਨਤ ਕਰ ਸਕਦੇ ਹਾਂ, ਫਸਲਾਂ ਉਗਾ ਸਕਦੇ ਹਾਂ। ਸੋ ਇਹ ਜਿਹੜਾ ਸੰਵਿਧਾਨਕ ਹੱਕ ਸਾਨੂੰ ਮਿਲਿਆ ਹੋਇਆ, ਇਹਦੀ ਜਿਹੜੀ ਹੈਗੀ ਹੈ ਇਹਦੀ ਰੱਖਿਆ ਹੋਣੀ ਚਾਹੀਦੀ ਹੈ। ਔਰ ਉੱਥੋਂ ਦੇ ਜਿਹੜੇ ਸਾਡੇ ਪੰਜਾਬੀ ਭਰਾ, ਪੰਜਾਬੀ ਕਿਸਾਨ ਉੱਥੇ ਵੱਸਦੇ ਨੇ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਹ ਹਿੰਦੁਸਤਾਨ ਦੀ ਸਰਕਾਰ ਦਾ ਔਰ ਗੁਜਰਾਤ ਦੀ ਸਰਕਾਰ ਦਾ ਇੱਕ ਬੁਨਿਆਦੀ ਫਰਜ਼ ਵੀ ਹੈ। ਸੁਖਵਿੰਦਰ ਜੀ, ਬੀਜੇਪੀ ਨੂੰ ਚਾਹੀਦਾ ਕਿ ਇਸ ਮਸਲੇ ਦੇ ਵਿੱਚ ਜਲਦੀ ਤੋਂ ਜਲਦੀ ਕੋਈ ਨਾ ਕੋਈ ਕਾਰਵਾਈ ਕਾਨੂੰਨੀ ਕਰਵਾਈ ਜਾਏ, ਤਾਂ ਕਿ ਲੋਕਾਂ ਦੇ ਵਿੱਚ, ਜਿਵੇਂ ਕਿਸਾਨੀ ਅੰਦੋਲਨ ਨੂੰ ਲੈ ਕੇ ਲਗਾਤਾਰ ਬੀਜੇਪੀ ਬੈਕਫੁੱਟ ਤੇ ਆ, ਤੇ ਉਹ ਚਰਚਾ ਨਾ ਜਾਵੇ ਕਿ ਦੇਖੋ ਉੱਥੇ ਗੁੰਡਾਗਰਦੀ ਕੀਤੀ ਜਾ ਰਹੀ ਹੈ, ਕਿਸਾਨਾਂ ਦੇ ਨਾਲ ਧੱਕਾ, ਪਹਿਲਾਂ ਪੰਜਾਬੀ ਕਿਸਾਨਾਂ ਦੀ ਜ਼ਮੀਨਾਂ ਖੋਹਣ ਦਾ ਮਸਲਾ ਉੱਭਰਿਆ ਸੀ ਤੇ ਹੁਣ ਇਹਦੇ ਵਿਚਾਲੇ ਇਸ ਤਰ੍ਹਾਂ ਅੱਗ ਲਾਉਣਾ, ਕਿਤੇ ਨਾ ਕਿਤੇ ਬੀਜੇਪੀ ਦੇ ਉੱਤੇ ਸਵਾਲ ਉੱਠਦਾ। ਜੇ ਕੋਈ ਭਾਜਪਾ ਦਾ ਆਗੂ ਇਹੋ ਜਿਹਾ ਕੁਝ ਕਰ ਰਿਹਾ, ਕੋਈ ਵਰਕਰ ਕਰ ਰਿਹਾ, ਤਾਂ ਉਹਦੇ ਨਾਲੋਂ ਜਿਹੜਾ ਚੰਗਾ ਇਹੀ ਰਹੇਗਾ ਕਿ ਉਸ ਨੂੰ ਕਾਨੂੰਨੀ ਪ੍ਰਕਿਰਿਆ ਦੇ ਜ਼ਰੀਏ ਜਿਹੜਾ ਉਹ ਉਸ ਦੇ ਨਾਲ ਨਜਿੱਠਿਆ ਜਾਵੇ, ਤਾਂ ਕਿ ਬੀਜੇਪੀ ਦੀ ਵੀ ਸਾਖ ਥੋੜੀ ਵੱਧ ਸਕੇ ਤੇ ਦੱਸਣ ਦੀ ਕੋਸ਼ਿਸ਼ ਕਰ ਸਕਣ ਕਿ ਹਾਂ ਅਸੀਂ ਕੁਝ ਕੀਤਾ ਪੰਜਾਬੀ ਕਿਸਾਨਾਂ ਲਈ, ਜਾਂ ਕਿਸੇ ਵੀ ਕਿਸਾਨ ਦੇ ਲਈ ਧੱਕਾ ਜਿਹੜਾ ਆ ਉਹ ਗੈਰ ਕਾਨੂੰਨੀ, ਜਿਹੜਾ ਅਣਮਨੁੱਖੀ ਹੈ, ਕਿਸੇ ਵੀ ਢੰਗ ਦੇ ਨਾਲ ਕਿਸੇ ਨਾਲ ਵੀ ਕਰਨਾ। ਡਾਕਟਰ ਸਾਹਿਬ, ਅਗਲੀ ਖਬਰ ਜਿਹੜੀ ਆਪਾਂ ਜਿਵੇਂ ਪੰਜਾਬ ਤੋਂ ਦੇਖੀਏ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਤੇ ਮਜ਼ਦੂਰਾਂ ਤੋਂ ਕੇਸ ਵਾਪਸ ਲੈ ਰਹੀ ਹੈ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ ਜੀ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਕਾਂਗਰਸ ਗਵਰਨਮੈਂਟ ਦਾ ਇਹ ਜਿਹੜਾ ਆਖਰੀ ਸਾਲ ਹੈ ਔਰ ਸਰਕਾਰ ਬਾਰ-ਬਾਰ ਇਹ ਕਹਿ ਰਹੀ ਹੈ ਕਿ ਅਸੀਂ ਲਗਭਗ ਸਾਰੇ ਵਾਅਦੇ ਜਾਂ ਘੱਟੋ-ਘੱਟ 85% ਵਾਅਦੇ ਅਸੀਂ ਪੂਰੇ ਕਰ ਚੁੱਕੇ ਹਾਂ। ਔਰ ਇਹਨਾਂ ਜੋ 4 ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ, ਜਿਵੇਂ ਆਪਾਂ ਨੂੰ ਪਤਾ ਹੈ ਕਿ ਅਖਬਾਰਾਂ ਦੇ ਰਾਹੀਂ ਜਾਂ ਹੋਰ ਬਿਆਨਾਂ ਦੇ ਰਾਹੀਂ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਤੋਂ ਇੱਕ ਗੱਲ ਉਹਨਾਂ ਦੀ ਇਹ ਵੀ ਸੀਗੀ, ਇੱਕ ਵਾਅਦਾ ਉਹਨਾਂ ਨੇ ਇਹ ਵੀ ਕਿਹਾ ਸੀਗਾ, ਖਾਸ ਤੌਰ ਤੇ ਜ਼ੁਬਾਨੀ ਤੌਰ ਤੇ ਸਟੇਜਾਂ ਦੇ ਉੱਤੋਂ, ਕਿ ਅਸੀਂ ਜੋ ਵੀ 4 ਸਾਲਾਂ ਦੇ ਦੌਰਾਨ ਜਿੰਨੇ ਵੀ ਕਿਸਾਨਾਂ ਦੇ ਉੱਤੇ, ਮਜ਼ਦੂਰਾਂ ਦੇ ਉੱਤੇ ਜਾਂ ਕੋਈ ਹੋਰ ਜਿਹੜੇ ਲੋਕਾਂ ਦੇ ਉੱਤੇ ਜਿਹੜੇ ਸੰਘਰਸ਼ ਕਰ ਰਹੇ ਨੇ, ਉਹਨਾਂ ਦੇ ਉੱਤੇ ਜਿੰਨੇ ਵੀ ਚਾਰਜ ਨੇ ਜਾਂ ਜਿੰਨੇ ਵੀ ਕੇਸ ਨੇ, ਅਸੀਂ ਉਹਨਾਂ ਨੂੰ ਵਾਪਸ ਲਵਾਂਗੇ। ਇਹ ਬਾਰ-ਬਾਰ ਉਹਨਾਂ ਨੇ ਕਿਹਾ। ਔਰ ਇਹਨੂੰ ਕਾਗਜ਼ੀ ਤੌਰ ਤੇ ਇਹ ਜਿਹੜੀਆਂ ਕਾਰਵਾਈਆਂ ਤਾਂ ਨਹੀਂ ਸੀ ਹੋ ਰਹੀਆਂ, ਕਿਉਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਵੱਲੋਂ ਸੰਘਰਸ਼ ਆਪਾਂ ਨੂੰ ਪਤਾ ਹੈ ਕਿ ਜਾਰੀ ਹੈ। ਔਰ ਕਿਸਾਨਾਂ ਦਾ ਇੱਕ ਪ੍ਰੈਸ਼ਰ ਲਗਾਤਾਰ ਬਿਲਡ ਹੋ ਰਿਹਾ ਸੀਗਾ ਕਿ ਕਾਂਗਰਸ ਸਰਕਾਰ ਦੇ ਉੱਤੇ, ਕਿ ਜਿੰਨੇ ਵੀ ਹੁਣ ਤੱਕ ਜੋ ਤੁਸੀਂ ਕਹਿੰਦੇ ਤਾਂ ਜ਼ਰੂਰ ਹੋ, ਪਰ ਤੁਸੀਂ ਉਹਨਾਂ ਨੂੰ ਹਕੀਕੀ ਤੌਰ ਤੇ ਕੇਸਾਂ ਨੂੰ ਵਾਪਸ ਨਹੀਂ ਲੈ ਰਹੇ। ਹੁਣ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਨੇ, ਖਾਸ ਤੌਰ ਤੇ ਸਾਡੇ ਜਿਹੜੇ ਪੁਲਿਸ ਦੇ ਮੁਖੀ ਨੇ, ਉਹਨਾਂ ਨੂੰ ਲਿਖਤੀ ਤੌਰ ਤੇ ਵੀ ਉਹਨੇ ਕਹਿਣਾ ਪਿਆ, ਔਰ ਲਿਖਤੀ ਤੌਰ ਤੇ ਉਹਨਾਂ ਨੂੰ ਕਿਹਾ ਕਿ ਸਾਰੇ ਜਿੰਨੇ ਵੀ ਹੁਣ ਤੱਕ ਚਾਹੇ ਮਜ਼ਦੂਰਾਂ ਦੇ ਉੱਤੇ ਕੇਸ ਬਣੇ ਆ, ਚਾਹੇ ਕਿਸਾਨਾਂ ਦੇ ਉੱਤੇ ਕੇਸ ਬਣੇ ਆ, ਉਹਨਾਂ ਨੂੰ ਲਿਖਤੀ ਤੌਰ ਤੇ ਇਹਨਾਂ ਨੂੰ ਰੱਦ ਕੀਤਾ ਜਾਏ। ਸੋ ਉਮੀਦ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਕੈਪਟਨ ਸਾਹਿਬ ਦੀ ਇਸ ਜਿਹੜੀ ਹੈਗੀ ਹੈ ਇਸ ਹੁਕਮ ਨੂੰ ਮੰਨੇਗੀ, ਔਰ ਲਾਜ਼ਮੀ ਤੌਰ ਤੇ ਅਗਲੇ ਦਿਨਾਂ ਦੇ ਵਿੱਚ ਆਪਾਂ ਨੂੰ ਜਿਵੇਂ ਪਤਾ ਹੈ ਕਿ ਇਹ ਸੰਘਰਸ਼ ਜਿਉਂ-ਜਿਉਂ ਅੱਗੇ ਵਧੇਗਾ, ਉਹਦੇ ਵਿੱਚ ਲੋੜ ਹੈ ਕਿ ਇਹ ਜਿਹੜੇ ਬੇਲੋੜੀਆਂ ਜਿਹੜੀਆਂ ਇਦਾਂ ਦੇ ਕੇਸ ਬਣਾਏ ਗਏ ਸੀਗੇ, ਕਿਸਾਨਾਂ ਨੂੰ ਡਰਾਇਆ ਗਿਆ ਸੀ, ਧਮਕਾਇਆ ਗਿਆ ਸੀ ਪੁਲਿਸ ਦੇ ਦੌਰਾਨ, ਔਰ ਉਸ ਤੋਂ ਛੁਟਕਾਰਾ ਕਿਸਾਨਾਂ ਨੂੰ ਮਿਲੇਗਾ। ਔਰ ਕਿਸਾਨ ਜਿਹੜੇ ਨੇ ਇੱਕ ਮਾਨਸਿਕ ਤੌਰ ਤੇ ਫ੍ਰੀ ਹੋ ਕੇ ਇਸ ਸੰਘਰਸ਼ ਦੇ ਵਿੱਚ ਕੁੱਦਣਗੇ, ਔਰ ਇਹ ਸੰਘਰਸ਼ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅੱਗੇ ਵਧੇਗਾ। ਇਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ। ਬਿਲਕੁਲ ਬਿਲਕੁਲ। ਇੱਕ ਡਾਕਟਰ ਸਾਹਿਬ, ਜਿਹੜੀ ਚਰਚਾ ਲੱਖਾ ਸਿਧਾਣਾ ਦੇ ਭਰਾ ਨੂੰ ਲੈ ਕੇ ਹੋ ਰਹੀ ਹੈ ਲਗਾਤਾਰ, ਦਿੱਲੀ ਪੁਲਿਸ ਨੇ ਆਪਣੀ ਸਫਾਈ ਪੇਸ਼ ਕੀਤੀ ਹੈ
ਦਿੱਲੀ ਪੁਲਿਸ ਦਾ ਕੀ ਕਹਿਣਾ ਉਹ ਵੀ ਥੋੜਾ ਦੱਸਿਓ। ਤੇ ਦੂਜਾ, ਇਸ ਵਿਚਾਲੇ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਗੱਲ ਕਹੀ ਸੀ, ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਉਸ ਉੱਤੇ ਅਮਲ ਕਰੇਗੀ ਕਿ ਜਿਹੜੇ ਨੌਜਵਾਨਾਂ ਨੂੰ ਇੱਥੋਂ ਚੁੱਕ ਕੇ ਲਿਜਾ ਕੇ ਕਿਸੇ ਵੀ ਸੂਬੇ ਦੀ ਪੁਲਿਸ ਇਸ ਤਰ੍ਹਾਂ ਤਸ਼ੱਦਦ ਕਰਦੇ ਜਾਂ ਕੋਈ ਵੀ ਕਰਦੇ, ਕਿਉਂਕਿ ਭਾਵੇਂ ਦਿੱਲੀ ਪੁਲਿਸ ਇਹ ਤੋਂ ਮੁੱਕਰ ਰਹੀ ਹੈ? ਸੁਖਵਿੰਦਰ ਜੀ, ਜਦੋਂ ਇਦਾਂ ਦੇ ਕੇਸ ਹੁੰਦੇ ਨੇ, ਜਦੋਂ ਪੁਲਿਸ ਚੁੱਕਦੀ ਹੈ, ਕੇਸ ਬਣਾਉਂਦੀ ਹੈ, ਉਹਨਾਂ ਦੇ ਤਸ਼ੱਦਦ ਕਰਦੀ ਹੈ, ਤਾਂ ਕਦੇ ਵੀ ਤੁਸੀਂ ਦੇਖੋਗੇ, ਪੂਰਾ ਇਤਿਹਾਸ ਹੈ, ਕਦੇ ਵੀ ਜਿਹੜੀ ਪੁਲਿਸ ਹੁੰਦੀ ਹੈ ਉਹ ਆਪਣੀ ਗਲਤੀ ਮੰਨਦੀ ਨਹੀਂ ਹੈ। ਉਹ ਕਹਿੰਦੀ ਹੈ ਕਿ ਅਸੀਂ ਤਾਂ ਕੁਝ ਕੀਤਾ ਨਹੀਂ ਹੈ, ਅਸੀਂ ਤਾਂ ਜੋ ਕਰ ਰਹੇ ਹਾਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਸੋ ਆਪਾਂ ਨੂੰ ਪਤਾ ਹੈ ਕਿ ਲੋਕਾਂ ਦੇ ਵਿੱਚ ਜਿਵੇਂ ਪੁਲਿਸ ਦੀ ਦਹਿਸ਼ਤ ਹੈ, ਔਰ ਖਾਸ ਤੌਰ ਤੇ ਦਿੱਲੀ ਦੀ ਪੁਲਿਸ ਬਾਰੇ ਤਾਂ ਬਹੁਤ ਸਾਰੀਆਂ ਜਿਹੜੀਆਂ ਨੇ ਅਫਵਾਹਾਂ ਆਪਾਂ ਹਰ ਰੋਜ਼ ਸੁਣਦੇ ਹਾਂ ਕਿ ਕਿਵੇਂ ਜਿਹੜਾ ਹੈਗਾ, ਕਿਉਂਕਿ ਦਿੱਲੀ ਦੀ ਪੁਲਿਸ ਦੇ ਵਿੱਚ ਕੀ ਹੈ ਕਿ ਇਹ ਉੱਥੋਂ ਦੀ ਗਵਰਨਮੈਂਟ ਦੀ, ਖਾਸ ਤੌਰ ਤੇ ਦਿੱਲੀ ਸਰਕਾਰ ਦੇ ਅੰਡਰ ਨਹੀਂ ਹੈ। ਇਹ ਸਿੱਧੀ ਤੌਰ ਤੇ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਹੈ, ਖਾਸ ਤੌਰ ਤੇ ਅਮਿਤ ਸ਼ਾਹ ਜਿਹੜੇ ਨੇ ਗ੍ਰਹਿ ਮੰਤਰੀ ਹੁੰਦੇ ਨੇ, ਉਹਨਾਂ ਦੇ ਕੰਟਰੋਲ 'ਚ ਹੁੰਦੀ ਹੈ। ਸੋ ਉੱਥੇ ਜਿਹੜੀ ਦਿੱਕਤ ਬਹੁਤ ਜ਼ਿਆਦਾ ਦਿੱਲੀ ਸਰਕਾਰ ਔਰ ਦਿੱਲੀ ਦੀ ਪੁਲਿਸ ਦੀ, ਲਗਾਤਾਰ ਤੁਸੀਂ ਦੇਖੋਗੇ ਕਿ ਚਾਹੇ ਦਿੱਲੀ ਦੀ ਗਵਰਨਮੈਂਟ ਹੋਵੇ, ਉੱਥੋਂ ਦੇ ਐਮਐਲਏ ਹੋਣ, ਉੱਥੋਂ ਦੇ ਮਿਨਿਸਟਰ ਹੋਣ, ਇੱਥੋਂ ਤੱਕ ਕਿ ਉੱਥੋਂ ਦਾ ਸੀਐਮ ਹੋਵੇ, ਉਹਦੇ ਉੱਤੇ ਵੀ ਜਿਹੜੀ ਉੱਥੋਂ ਦੀ ਜਿਹੜੀ ਦਿੱਲੀ ਪੁਲਿਸ ਹੈ ਉਹ ਕਾਰਵਾਈ ਕਰ ਸਕਦੀ ਹੈ। ਇਹ ਇੰਨੀ ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਹੈ। ਸੋ ਦਿੱਲੀ ਪੁਲਿਸ ਜਿਹੜੀ ਆਪਾਂ ਨੂੰ ਪਤਾ ਹੈ ਕਿ ਆਈ ਹੈ ਪਿੱਛੇ, ਔਰ ਲੱਖੇ ਸਿਧਾਣੇ ਦੇ ਚਚੇਰੇ ਭਰਾ ਨੂੰ ਉਹ ਚੱਕ ਕੇ ਵੀ ਲੈ ਕੇ ਗਈ ਹੈ। ਔਰ ਜੋ ਵੀਡੀਓ ਵਾਇਰਲ ਹੋਈਆਂ ਨੇ ਉੱਥੋਂ ਸਹੀ ਜਿਹੜੀ ਸਾਬਤ ਇਹੀ ਗੱਲਾਂ ਹੁੰਦੀਆਂ ਨੇ ਕਿ ਬਹੁਤ ਜ਼ਿਆਦਾ ਤਸ਼ੱਦਦ ਉਸ ਲੜਕੇ ਦੇ ਉੱਤੇ ਹੋਇਆ। ਇਸ ਤੋਂ ਇਲਾਵਾ ਤੁਸੀਂ 26 ਜਨਵਰੀ ਦੀ ਘਟਨਾ ਦੇਖ ਲਓ ਕਿ ਕਿਸ ਤਰ੍ਹਾਂ ਦਾ ਤਸ਼ੱਦਦ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ, ਪੰਜਾਬ ਦੇ ਬਜ਼ੁਰਗਾਂ ਦੇ ਉੱਤੇ, ਔਰ ਪੰਜਾਬ ਦੇ ਕਿਸਾਨਾਂ ਦੇ ਉੱਤੇ, ਮਜ਼ਦੂਰਾਂ ਦੇ ਉੱਤੇ ਉਹਨਾਂ ਨੇ ਕੀਤਾ, ਔਰ ਲਗਾਤਾਰ ਉਹ ਜਿਹੜੇ ਨੇ ਹੁਣ ਵੀ ਕਰ ਰਹੇ ਨੇ। ਸੋ ਬੇਸ਼ੱਕ ਉਹ ਆਪਣੇ ਤੌਰ ਤੇ ਮੁੱਕਰ ਰਹੀ ਹੈ ਕਿ ਅਸੀਂ ਤਾਂ ਕੁਝ ਨਹੀਂ ਕੀਤਾ, ਅਸੀਂ ਕਾਨੂੰਨੀ ਕਾਰਵਾਈ ਕੀਤੀ ਹੈ, ਪਰ ਹਕੀਕੀ ਗੱਲਾਂ ਜਿਹੜੀਆਂ ਨੇ ਉਹ ਕੁਝ ਹੋਰ ਨੇ। ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਤਸ਼ੱਦਦ ਪੁਲਿਸ ਨੇ ਕੀਤਾ ਹੈ, ਪਹਿਲਾਂ ਵੀ ਕੀਤਾ ਹੈ, ਹੁਣ ਵੀ ਕੀਤਾ ਹੈ, ਔਰ ਅੱਗੇ ਤੋਂ ਵੀ ਉਹ ਕਰਦੀ ਰਹੇਗੀ, ਕਿਉਂਕਿ ਉੱਤੇ ਪੂਰੀ ਦੀ ਪੂਰੀ ਸ਼ਹਿ ਅਮਿਤ ਸ਼ਾਹ ਔਰ ਉਹਨਾਂ ਦੇ ਹੋਰ ਸਾਰਾ ਜਿਹੜਾ ਬੀਜੇਪੀ ਦੀ ਸਰਕਾਰ ਹੈ, ਜੋ ਚਾਹੁੰਦੀ ਹੈ ਉਹੀ ਉਹਦੇ ਮੁਤਾਬਕ ਜਿਹੜੀਆਂ ਨੇ ਗੱਲਾਂ ਹੋ ਰਹੀਆਂ ਨੇ। ਸੋ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕਹੀ ਹੈ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਵੀ ਕਹੀ ਸੀਗੀ ਕਿ ਜਿਵੇਂ ਬੰਗਾਲ ਦੇ ਵਿੱਚ ਮਮਤਾ ਜੀ ਨੇ ਸੀਬੀਆਈ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਸੀਗਾ, ਜੇ ਉਹ ਬਾਹਰਲੇ ਸਟੇਟਾਂ 'ਚ ਜਾ ਕੇ ਕੋਈ ਕੰਮ ਕਰਦੀ ਹੈ ਸੀਬੀਆਈ, ਤਾਂ ਜੇ ਬੰਗਾਲ ਦੀ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਨੂੰ ਸਲਾਖਾਂ ਪਿੱਛੇ ਦੇ ਸਕਦੀ ਹੈ, ਤਾਂ ਸਾਡੀ ਕੈਪਟਨ ਦੀ ਜਿਹੜੀ ਸਰਕਾਰ ਹੈ ਉਹ ਜੇ ਦਿੱਲੀ ਪੁਲਿਸ ਆ ਕੇ ਇੱਥੇ ਕਾਰਵਾਈ ਕਰਦੀ ਹੈ ਤੇ ਕਿਉਂ ਨਹੀਂ ਉਹਦੇ ਉੱਤੇ ਕਾਰਵਾਈ ਹੁੰਦੀ? ਕਿਉਂ ਨਹੀਂ ਜਿਹੜਾ ਹੈਗਾ ਕੈਪਟਨ ਸਾਹਿਬ ਲਿਖ ਕੇ ਭੇਜਦੇ? ਕਿਉਂ ਨਹੀਂ ਉਹਨਾਂ ਦੇ ਰੋਸ ਜਤਾਉਂਦੇ ਕਿ ਸਾਡੇ ਕਿਸਾਨਾਂ ਨੂੰ, ਸਾਡੇ ਨੌਜਵਾਨਾਂ ਨੂੰ ਤੁਸੀਂ ਬੇਲੋੜਾ ਕੁੱਟ ਰਹੇ ਹੋ, ਇੱਥੋਂ ਲੈ ਕੇ ਉਹਨਾਂ ਦੇ ਉੱਤੇ ਕੇਸ ਬਣਾਏ ਜਾ ਰਹੇ ਨੇ। ਸੋ ਇਹ ਫਰਜ਼ ਬਣਦਾ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਸਹੀ ਕਿਹਾ ਕਿ ਜੇ ਬੰਗਾਲ ਸਰਕਾਰ, ਜੇ ਮਮਤਾ ਦੀ ਸਰਕਾਰ ਉੱਥੇ ਜਾ ਕੇ ਨੱਥ ਪਾ ਸਕਦੀ ਹੈ ਸੀਬੀਆਈ ਤੱਕ ਦੀ ਏਜੰਸੀ ਨੂੰ, ਤਾਂ ਜਿਹੜੀ ਦਿੱਲੀ ਪੁਲਿਸ ਇੱਥੇ ਆ ਕੇ ਕਾਰਵਾਈਆਂ ਕਰ ਰਹੀ ਹੈ ਤਾਂ ਉਹਨਾਂ ਨੂੰ ਜਿਹੜਾ ਕਿਉਂ ਨਹੀਂ ਨੱਥ ਪਾਈ ਜਾ ਸਕਦੀ? ਵਿਚਾਲੇ ਨਵਜੋਤ ਸਿੰਘ ਸਿੱਧੂ ਇੱਕ ਹੋਰ ਨਵਾਂ ਉਹਨਾਂ ਨੇ ਕੱਲ ਟਵੀਟ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਦੀ ਸੁਰੱਖਿਆ ਨੂੰ ਜਿਹੜਾ ਉਹ ਸੁਨਿਸ਼ਚਿਤ ਕੀਤਾ ਜਾਏ, ਤੇ ਉਹ ਕਹਿੰਦੇ ਉੜਤਾ ਪੰਜਾਬ ਤੋਂ ਚੜ੍ਹਦਾ ਪੰਜਾਬ ਵੱਲ ਵੱਧ ਰਿਹਾ ਪੰਜਾਬ। ਨੌਜਵਾਨਾਂ ਨੇ ਇਹੋ ਜਿਹਾ ਰੋਲ ਨਿਭਾਇਆ ਕਿਸਾਨੀ ਅੰਦੋਲਨ 'ਚ, ਤੇ ਕਿਸਾਨ ਆਗੂਆਂ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਸਾਰਾ ਕੁਝ ਹੋ ਰਿਹਾ। ਪਰ ਇਹ ਸਭ ਦੇ ਵਿਚਾਲੇ ਆਪਾਂ ਜੇ ਸੋਚੀਏ ਤਾਂ ਸੁਰੱਖਿਆ ਕਿਹਤੋਂ ਮੰਗ ਰਹੇ ਨੇ? ਪੰਜਾਬ ਸਰਕਾਰ ਤੋਂ ਮੰਗ ਰਹੇ ਨੇ, ਆਪਣੀ ਸਰਕਾਰ ਤੋਂ ਮੰਗ ਰਹੇ ਨੇ, ਜਾਂ ਫਿਰ ਇਹ ਕੇਂਦਰ ਸਰਕਾਰ ਨੂੰ ਕਹਿ ਰਹੇ ਨੇ? ਕਿਉਂਕਿ ਜੇ ਆਪਣੀ ਸਰਕਾਰ ਦੀ ਗੱਲ ਆ ਤਾਂ ਕਿਤੇ ਨਾ ਕਿਤੇ ਕਮਜ਼ੋਰੀਆਂ ਜ਼ਰੂਰ ਨੇ। ਜੀ ਦੇਖੋ, ਪਹਿਲੀ ਗੱਲ ਤਾਂ ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ, ਸਟੇਟ ਦਾ ਮਤਲਬ ਹੈ ਕਿ ਸਾਡੀ ਆਪਣੀ ਸਰਕਾਰ, ਸਟੇਟ ਦੀ ਸਰਕਾਰ, ਕਿ ਸਟੇਟ ਦੀ ਸਰਕਾਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ। ਜਿਵੇਂ ਆਪਾਂ ਨੇ ਜਿਹੜੇ ਵੱਖ-ਵੱਖ ਕੇਸਾਂ ਦੀ ਗੱਲ ਕੀਤੀ ਹੈ, ਕੇਸਾਂ ਨੂੰ ਬਣਾਉਣਾ ਔਰ ਕੇਸਾਂ ਨੂੰ ਖਾਰਜ ਕਰਨਾ ਤਾਂ ਸਟੇਟ ਗਵਰਨਮੈਂਟ ਦੇ ਅੰਡਰ ਆਉਂਦਾ ਹੈ। ਦੂਜੀ ਗੱਲ ਜਿਹੜੀ ਉਹ ਬਾਰ-ਬਾਰ ਕਹਿ ਰਹੇ ਨੇ, ਉਹਨਾਂ ਨੂੰ ਖਦਸ਼ਾ ਇਹੀ ਹੈ ਕਿ ਬਾਹਰਲੀਆਂ ਏਜੰਸੀਆਂ, ਕੇਂਦਰ ਦੀਆਂ ਏਜੰਸੀਆਂ ਆ ਕੇ ਜੇ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਏਦਾਂ ਤੰਗ ਪਰੇਸ਼ਾਨ ਕਰਨਗੀਆਂ, ਤਾਂ ਲਾਜ਼ਮੀ ਤੌਰ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸਾਡੀ ਸਟੇਟ ਸਰਕਾਰ ਦੀ, ਸਟੇਟ ਸਰਕਾਰ ਤੋਂ ਵੀ ਵੱਧ ਜੇ ਆਪਾਂ ਕਹੀਏ ਮੁੱਖ ਮੰਤਰੀ ਸਾਹਿਬ ਦੀ ਹੋਣੀ ਚਾਹੀਦੀ ਹੈ। ਉਹਨਾਂ ਦਾ ਨਿਸ਼ਾਨਾ ਮੁੱਖ ਮੰਤਰੀ ਸਾਹਿਬ ਤੇ ਆ। ਮੁੱਖ ਮੰਤਰੀ ਸਾਹਿਬ ਨੂੰ, ਜਿਵੇਂ ਮਮਤਾ ਜੀ ਦੇ, ਜਿਵੇਂ ਮੈਂ ਕਿਹਾ ਪਹਿਲਾਂ ਵੀ, ਜਿਹੜਾ ਪਿਛਲੇ ਟਵੀਟ ਦੇ ਵਿੱਚ ਗੱਲ ਕੀਤੀ ਸੀ, ਉਹਨਾਂ ਨੇ ਇਹੀ ਗੱਲ ਬਾਰ-ਬਾਰ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਮੁੱਖ ਮੰਤਰੀ ਦੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ। ਮੁੱਖ ਮੰਤਰੀ ਇਹ ਨਹੀਂ ਕਿ ਬੈਠਾ ਹੀ ਰਹੇ, ਉਹ ਲੋਕਾਂ 'ਚ ਜਾਵੇ ਨਾ ਔਰ ਉਹ ਲੋਕਾਂ ਬਾਰੇ, ਨੌਜਵਾਨਾਂ ਬਾਰੇ ਸੋਚੇ ਨਾ। ਔਰ ਉਹਨਾਂ ਨੇ ਐਗਜ਼ਾਮਪਲ, ਇਹ ਵੱਡੀ ਐਗਜ਼ਾਮਪਲ ਜਿਹੜੀ ਇਹ ਦਿੱਤੀ ਹੈ ਕਿ ਹੁਣ ਤੱਕ ਦਾ ਜਿਹੜਾ
ਕਿਸਾਨੀ ਸੰਘਰਸ਼ ਰਿਹਾ ਹੈ ਉਹਦੇ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ। ਜੇ ਹੁਣ ਨੌਜਵਾਨਾਂ ਨੂੰ ਫੜਿਆ ਜਾ ਰਿਹਾ, ਉਹਨਾਂ ਦੇ ਉੱਤੇ ਕੇਸ ਬਣਾਏ ਜਾ ਰਹੇ ਨੇ, ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ, ਉਹਨਾਂ ਨੂੰ ਕੁੱਟਿਆ ਜਾ ਰਿਹਾ, ਉਹਨਾਂ ਦੇ ਉੱਤੇ ਤਸ਼ੱਦਦ ਹੋ ਰਹੇ ਨੇ, ਤਾਂ ਇਹਦੇ ਪਿੱਛੇ ਜਿਹੜੀ ਹੈਗੀ ਬਾਹਰਲੀਆਂ ਏਜੰਸੀਆਂ ਕਿਉਂ ਆ ਕੇ ਇੱਥੇ ਕੰਮ ਕਰ ਰਹੀਆਂ ਨੇ? ਸੋ ਉਹਨਾਂ ਦਾ ਮਕਸਦ ਕਹਿਣ ਦਾ ਇਹੀ ਹੈ ਕਿ ਨੌਜਵਾਨਾਂ ਨੇ ਔਰ ਜੋਸ਼ ਔਰ ਹੋਸ਼ ਨੇ ਇਹ ਅੰਦੋਲਨ ਇੱਥੋਂ ਤੱਕ ਪਹੁੰਚਾਇਆ। ਇੰਟਰਨੈਸ਼ਨਲ ਲੈਵਲ ਦੀ ਫੇਮ ਇਸ ਅੰਦੋਲਨ ਨੂੰ ਮਿਲੀ ਹੈ। ਸੋ ਇਸ ਕਰਕੇ ਉਹ ਬਾਰ-ਬਾਰ ਇਹੀ ਗੱਲ ਕਹਿਣਾ ਚਾਹੁੰਦੇ ਨੇ ਕਿ ਜਿਹੜੀ ਕਿਸੇ ਵੇਲੇ ਇਹ ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਨੌਜਵਾਨ ਨਸ਼ਾ ਕਰਦੇ ਨੇ, ਇਹ ਹੁਣ ਉੜਤਾ ਪੰਜਾਬ ਹੋ ਚੁੱਕਿਆ ਹੈ। ਲੋਕਾਂ ਨੇ ਫਿਲਮਾਂ ਬਣਾਈਆਂ, ਬਹੁਤ ਕੁਝ ਨੌਜਵਾਨਾਂ ਬਾਰੇ, ਸਾਡਿਆਂ ਬਾਰੇ ਕਿਹਾ, ਪਰ ਉਸ ਨੂੰ ਇਹਨਾਂ ਨੌਜਵਾਨਾਂ ਨੇ ਮਿਲ ਕੇ ਔਰ ਇਸ ਸੰਘਰਸ਼ ਦੇ ਵਿੱਚ ਉਹਨਾਂ ਦੀ ਜਿਹੜੀ ਪਹਿਲ ਕਦਮੀ ਸੀਗੀ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਉਸ ਚੀਜ਼ ਨੂੰ ਰੱਦ ਕੀਤਾ ਔਰ ਇੱਕ ਨਵਾਂ ਜੋਸ਼ ਇਸ ਅੰਦੋਲਨ ਦੇ ਵਿੱਚ ਭਰਿਆ ਔਰ ਜੋਸ਼ ਦੇ ਨਾਲ ਜਿਹੜਾ ਹੋਸ਼ ਦਾ ਕੰਮ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਾਡੇ ਜਿਹੜੇ ਬਜ਼ੁਰਗ ਜਥੇਦਾਰ, ਆਪਣੇ ਜਿਹੜੇ ਇਹ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਵੱਡੇ, ਉਹਨਾਂ ਨੇ ਮਿਲ ਕੇ ਜਿਹੜੀ ਹੈਗੀ ਜੋਸ਼ ਤੇ ਹੋਸ਼ ਦਾ ਜਿਹੜਾ ਸਿੰਬੋਲਿਕ ਇੱਕ ਸਿੰਬਲ ਔਰ ਉਹਨਾਂ ਦਾ ਸੁਮੇਲ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ। ਸੋ ਉਸ ਤੋਂ ਇਹ ਜਿਹੜਾ ਅੰਦੋਲਨ ਹੈ ਬਹੁਤ ਇੱਕ ਇੰਟਰਨੈਸ਼ਨਲ ਲੈਵਲ ਤੇ ਪਹੁੰਚਿਆ। ਸੋ ਇਸ ਕਰਕੇ ਫਿਕਰ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਇਸ ਜਿਹੜਾ ਸੁਮੇਲ ਹੈ ਇਹਨੂੰ ਨਾ ਤੋੜਿਆ ਜਾਏ। ਇਹਦੇ ਵਿੱਚ ਤੁਸੀਂ ਜਦੋਂ ਫਿਕਰ ਦੀ ਗੱਲ ਕਰਦੇ ਹੋ ਤਾਂ ਫਿਕਰ ਦੇ ਵਿਚਾਲੇ ਮੈਂ ਆਖਰੀ ਖਬਰ ਦੀ ਗੱਲ ਕਰਦਾ ਕਿ ਸਿੱਧੂ ਸਾਹਿਬ ਦਾ ਇੱਕ ਨਵਾਂ ਟਵੀਟ ਜਿਹੜਾ ਅੱਜ ਆਇਆ ਤੜਕਸਾਰ, ਉਹ ਕਹਿੰਦੇ ਨੇ ਕਿ ਮੰਜ਼ਿਲ ਤੋਂ ਮਿਲ ਜਾਣੇ ਦੋ, ਜਵਾਬ ਵੀ ਦੇंगे ਹਿਸਾਬ ਵੀ ਦੇंगे। ਮੰਜ਼ਿਲ ਤਾਂ ਮਿਲ ਜਾਣ ਦਿਓ, ਜਵਾਬ ਵੀ ਦੇਾਂਗੇ, ਹਿਸਾਬ ਵੀ ਦੇਾਂਗੇ। ਸਿੱਧੂ ਸਾਹਿਬ ਕਿਹੜੇ ਰਾਹ ਨੂੰ ਤੁਰੇ ਨੇ, ਮੰਜ਼ਿਲ ਕਿਹੜੀ ਭਾਲਦੇ ਨੇ ਤੇ ਜਵਾਬ ਤੇ ਹਿਸਾਬ ਕਿਸ ਢੰਗ ਦੇ ਨਾਲ ਦੇਣਾ ਉਹਨਾਂ ਨੇ? ਦੇਖੋ, ਅੱਜ 13 ਅਪ੍ਰੈਲ ਹੈ। ਆਪਾਂ ਨੂੰ ਪਤਾ ਹੈ ਕਿ ਵਿਸਾਖੀ ਦਾ ਦਿਹਾੜਾ ਹੈ ਔਰ ਖਾਲਸੇ ਦਾ ਦਿਹਾੜਾ ਹੈ, ਖਾਲਸਾ ਸਾਜਣਾ ਦਿਵਸ ਵੀ ਕਿਹਾ ਜਾਂਦਾ ਹੈ ਔਰ ਨਵੀਂ ਸ਼ੁਰੂਆਤ। ਮੈਨੂੰ ਲੱਗਦਾ ਹੈ ਕਿ ਅੱਜ ਅਨੰਦਪੁਰ ਸਾਹਿਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਇਹ ਗੱਲ ਕਰਨ ਲਈ ਉਹਨਾਂ ਨੇ ਇੱਕ ਸਿੰਬੋਲਿਕ ਇੱਕ ਟਵੀਟ ਕੀਤਾ ਹੈ ਕਿ ਜਿਹੜਾ ਅੱਜ ਦਾ ਦੌਰ, ਅੱਜ ਦਾ ਸਮਾਂ ਹੈ, ਅੱਜ ਦਾ ਦਿਨ ਹੈ, ਉਹਨਾਂ ਲਈ ਵਿਸ਼ੇਸ਼ ਹੈ ਔਰ ਉਹ ਅੱਜ ਇੱਥੋਂ ਕੋਈ ਨਵੀਂ ਸ਼ੁਰੂਆਤ, ਮੈਨੂੰ ਲੱਗਦਾ ਅਨੰਦਪੁਰ ਸਾਹਿਬ ਦੀ ਪਵਿੱਤਰ ਔਰ ਮਖਸੂਸ ਧਰਤੀ ਦੇ ਉੱਤੋਂ, ਪਵਿੱਤਰ ਧਰਤੀ ਦੇ ਉੱਤੋਂ ਕੋਈ ਨਵੀਂ ਗੱਲ ਅੱਜ ਜ਼ਰੂਰ ਕਰਨਗੇ। ਸੋ ਉਮੀਦ ਸਾਨੂੰ ਇਹੀ ਬਚਦੀ ਹੈ ਇੱਥੋਂ ਉਹਨਾਂ ਦੀ। ਹੋ ਸਕਦਾ ਹੈ ਕਿ ਉਹ ਕੋਈ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾਂ ਨਵੀਂ ਗੱਲ ਦੀ ਸ਼ੁਰੂਆਤ ਕਰਨ ਔਰ ਲੋਕਾਂ ਨੂੰ ਇਹੀ ਉਮੀਦਾਂ ਨੇ ਕਿ ਉਹ ਪੰਜਾਬ ਦੇ ਭਲੇ ਦੇ ਲਈ, ਨੌਜਵਾਨਾਂ ਦੇ ਭਲੇ ਦੇ ਲਈ, ਕਿਸਾਨਾਂ ਦੇ ਭਲੇ ਦੇ ਲਈ ਕੋਈ ਵੱਡੀ ਜਿਹੜੀ ਹੈਗੀ ਆ ਉਮੀਦ ਦੇ ਨਾਲ ਆਉਣਗੇ ਅੱਜ ਬਾਹਰ ਔਰ ਅੱਜ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਵੀ ਹੋਣਾ ਔਰ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਖਾਸ ਤੌਰ ਤੇ ਜਿਹੜਾ ਨੌਜਵਾਨਾਂ ਔਰ ਕਿਸਾਨਾਂ ਦੇ ਲਈ ਔਰ ਜਿਹੜਾ ਫਿਕਰਮੰਦੀ ਉਹ ਜ਼ਾਹਿਰ ਕਰ ਰਹੇ ਨੇ ਟਵੀਟਾਂ ਦੇ ਰਾਹੀਂ, ਉਹਨਾਂ ਨੂੰ ਠੱਲ ਪਾਉਣ ਦੇ ਵਿੱਚ ਚਾਹੇ ਉਹ ਆਪਣੇ ਅੰਦਰੋਂ ਆਵਾਜ਼ ਚੁੱਕਣਗੇ, ਚਾਹੇ ਉਹ ਸੈਂਟਰ ਦੇ ਨਾਲ ਜਿਹੜੀ ਲੜਾਈ ਹੈ ਉਹ ਉਸ ਨੂੰ ਵਿੱਢਣਗੇ। ਸੋ ਕੁਝ ਨਾ ਕੁਝ ਉਮੀਦ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਭਲੇ ਦੇ ਲਈ ਕੁਝ ਨਾ ਕੁਝ ਕਰਕੇ ਜ਼ਰੂਰ ਦਿਖਾਉਣ ਦੀ ਅੱਜ ਉਮੀਦ ਕੀਤੀ ਜਾਂਦੀ ਹੈ ਉਹਨਾਂ ਤੋਂ। ਜੀ ਜੀ ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਸਮਾਂ ਦੇਣ ਲਈ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਸੋ ਮੇਰੇ ਨਾਲ ਪੰਜਾਬਿਸਤਾਨ ਟੀਵੀ ਤੇ ਮੌਜੂਦ ਸਨ ਉਗੇ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਗੱਲਬਾਤ ਕੀਤੀ ਹੈ ਵੱਡੀਆਂ ਖਬਰਾਂ ਦੇ ਉੱਤੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।